भारतीय सीमा चौकी पंचगरनाई से पाकिस्तानी ड्रोन द्वारा बरामद टिफिन बम और गोला बारूद बीएसएफ द्वारा बरामद किया गया। अचनाला से गुरप्रीत संधू की खास रिपोर्ट, IBN 7 खबरनामा, हर खबर सच के साथ। ਅਸੀਂ ਇਸ ਟਾਈਮ ਖੜੇ ਹਾਂ ਤਹਿਸੀਲ ਸਰਹੱਦੀ ਤਹਿਸੀਲ ਅਜਨਾਲਾ ਦੇ ਕਸਬਾ ਰਮਦਾਸ ਦੇ ਵਿੱਚ, ਜਿੱਥੇ ਇੱਕ ਡਰੋਨ ਦੀ ਐਕਟੀਵਿਟੀ ਹੋਈ ਹੈ। ਗੱਲਬਾਤ ਕਰਦੇ ਹਾਂ PS ਭੱਟੀ ਸਾਹਿਬ ਦੇ ਨਾਲ ਵੀ ਕੀ ਇਹ ਐਕਟੀਵਿਟੀ ਆ, ਕੀ ਉਹਨਾਂ ਦੇ ਕੋਲ ਨੌਲੇਜ ਆ ਸਾਰੀ, ਉਸ ਬਾਰੇ ਜਾਣਕਾਰੀ ਲੈਂਦੇ ਹਾਂ। ਸਰ ਗੁੱਡ ਮਾਰਨਿੰਗ। हाँ गुड मॉर्निंग जी। ਸਰ ਕੀ ਐਕਟੀਵਿਟੀ ਹੋਈ ਸੀ ਜਿਹੜੀ ਰਾਤ ਕਿੰਨੇ ਵਜੇ ਹੁੰਦੀ ਆ ਤੇ ਕੀ ਇਹਦੇ ਵਿੱਚ ਜਿਹੜਾ ਪਾਇਆ ਜਾਂਦਾ? ਤਕਰੀਬਨ ਰਾਤੀ 12:50 ਤੇ ਸਾਡੇ ਜਿਹੜੀ ਪੰਜਗਰਾਈ ਚੌਕੀ ਹੈਗੀ ਆ ਉਹਦੇ ਏਰੀਆ 'ਚ ਡਰੋਨ ਦੀ ਐਕਟੀਵਿਟੀ ਸੁਣਾਈ ਦਿੱਤੀ ਸੀ, ਕਿਉਂਕਿ ਰਾਤ ਦੇ ਟਾਈਮ ਦਿਖਾਈ ਦਿੰਦਾ ਨਹੀਂ, ਤਾਂ ਜਿਹੜਾ ਸਾਡੇ ਸੰਤਰੀ ਔਨ ਡਿਊਟੀ ਸੀਗੇ ਉਹਨਾਂ ਨੂੰ ਸੁਣਾਈ ਦਿੱਤੀ। ਉਹਨਾਂ ਨੇ ਉਸ ਦੇ ਉੱਤੇ ਫਾਇਰ ਕੀਤਾ ਹੈ, ਐਨਗੇਜ ਕੀਤਾ ਉਹਨੂੰ, ਔਰ ਤਕਰੀਬਨ 1:30 ਵਜੇ ਦੁਬਾਰਾ ਇੱਕ ਐਕਟੀਵਿਟੀ ਡਰੋਨ ਦੀ ਸੁਣਾਈ ਦਿੱਤੀ ਹੈ। ਉਹਦੇ ਉੱਤੇ ਅਗੇਨ ਅਸੀਂ ਐਨਗੇਜ ਕੀਤਾ, ਅਸੀਂ ਇਲੂਮੀਨੇਟ ਕੀਤਾ ਏਰੀਆ ਨੂੰ, ਔਰ ਨਾਲ ਦੀ ਨਾਲ ਜਿਹੜੀ ਪਹਿਲੀ ਵਾਰ ਡਰੋਨ ਨੋਟਿਸ ਆਇਆ ਸੀ, ਸੁਣਾਈ ਦਿੱਤਾ ਸੀ, ਉਹਦੇ ਨਾਲ ਹੀ ਅਸੀਂ ਪਿੱਛੇ ਡੈਪਥ ਏਰੀਆ 'ਚ ਜਿਹੜਾ ਆਪਣੀ ਫੌਜ ਜਿਹੜੀ ਉਹ ਭੇਜੀ, ਜੋ ਵੀ ਸਾਡੇ ਔਨ ਡਿਊਟੀ ਬੰਦੇ ਹੁੰਦੇ ਆ। ਔਰ ਉਸ ਕਰਕੇ ਜੋ ਜਿਨ੍ਹਾਂ ਨੇ ਰਿਟਰੀਵ ਕਰਨਾ ਸੀ ਸਮਾਨ, ਉਹ ਰਿਟਰੀਵ ਨਹੀਂ ਕਰ ਸਕੇ, ਲਿਜਾ ਨਹੀਂ ਸਕੇ ਸਮਾਨ ਨੂੰ, ਸਾਡੀ ਇਮੀਡੀਏਟ ਹਰਕਤ ਹੋਣ ਦੇ ਨਾਲ। ਔਰ ਅਸੀਂ ਪੂਰਾ ਏਰੀਆ ਨੂੰ ਅੰਡਰ ਵਾਚ ਰੱਖਿਆ ਫॉर द ਨਾਈਟ। ਔਰ ਸਵੇਰੇ ਜਦੋਂ ਫਸਟ ਲਾਈਟ 'ਤੇ ਅਸੀਂ ਸਰਚ ਕੀਤੀ ਹੈ ਤਾਂ ਉਹਦੇ 'ਚ 2 ਟਿਫਿਨ ਬੰਬ ਤਕਰੀਬਨ 20 ਮੀਟਰ ਦੇ ਫਰਕ 'ਤੇ ਖੇਤ ਦੇ ਅੰਦਰ ਕਣਕ ਦੇ ਇਹਦੇ ਵਿੱਚ ਪਾਏ ਗਏ ਆ, ਔਰ ਇੱਕ ਪਿਸਟਲ ਦਿਖਾਈ ਦੇ ਰਿਹਾ ਹੈ। ਪਰ ਕਿਉਂਕਿ ਉਹ ਟਿਫਿਨ ਬੰਬ ਹੈਗੇ, ਮੋਸਟ ਲਾਈਕਲੀ ਅਸੀਂ ਉਹਦੇ ਨਾਲ ਛੇੜਛਾੜ ਨਹੀਂ ਕਰ ਰਹੇ। ਬੰਬ ਡਿਸਪੋਜ਼ਲ ਸਕੁਐਡ ਆਇਆ ਹੋਇਆ ਹੈ, ਸਾਡਾ ਵੀ ਔਰ ਪੁਲਿਸ ਦਾ ਵੀ ਹੈ, ਔਰ ਉਹ ਅਗਰ ਫਰਦਰ ਕਾਰਵਾਈ ਕਰੋਗੇ। ਸਰ ਹੁਣ ਤੱਕ ਕਾਰਵਾਈ ਚੱਲ ਰਹੀ ਹੈ, ਇਸ ਤੋਂ ਬਾਅਦ ਇਹਨੂੰ ਟਿਫਨ ਬੰਬ ਨੂੰ ਡਿਸਪਿਊਜ਼ ਕੀਤਾ ਜਾਏਗਾ ਕਿ ਡਿਸਟਰੋਏ ਕਿਸ ਸਾਈਡ ਨੂੰ ਲੈ ਕੇ ਜਾਇਆ ਜਾਏਗਾ? ਹਾਂ, ਬੇਸਿਕਲੀ ਇਹ ਕੰਮ ਬੰਬ ਡਿਸਪੋਜ਼ਲ ਦਾ, ਬਟ ਜੋ ਕਿਉਂਕਿ ਸਾਡੀ ਵੀ ਨੌਲੇਜ ਹੈ ਕਿ ਇਹਨੂੰ ਇਨ ਸੀਟੂ, ਅਸੀਂ ਕਹਿੰਦੇ ਇਨ ਸੀਟੂ ਹੀ ਇਹਨੂੰ ਡਿਸਟਰੋਏ ਕੀਤਾ ਜਾਂਦਾ, ਇਹਨੂੰ ਕੈਰੀ ਨਹੀਂ ਕੀਤਾ ਜਾਂਦਾ ਐਕਸਪਲੋਜ਼ਿਵ ਨੂੰ। ਤਾਂ ਇਨ ਸੀਟੂ ਹੁਣ ਜਿਹੜੇ ਬੰਬ ਡਿਸਪੋਜ਼ਲ ਵਾਲੇ ਉਹ ਇਹਨੂੰ ਡਿਸਟਰੋਏ ਕਰੂਗੇ ਇੱਥੇ ਦੇ ਇੱਥੇ। ਹਾਂਜੀ ਸਰ, ਇਹ ਕਿੰਨੀ ਵਾਰ ਜਿਹੜੀ ਇਹ ਹਰਕਤ ਪਾਈ ਗਈ ਹੈ ਇਹਦੀ? ਕੱਲ੍ਹ ਰਾਤ ਜਾਂ ਅੱਜ ਸਵੇਰੇ ਕਹਿ ਲਓ 12:50 ਤੇ ਇੱਕ ਵਾਰੀ, ਔਰ 1:30 ਵਜੇ ਇੱਕ ਵਾਰੀ। 2 ਦਿਨ ਪਹਿਲਾਂ ਛੰਨਾ ਪੱਤਨ ਦਾ ਸਾਡਾ ਪੋਸਟ ਚੌਕੀ ਹੈਗੀ, ਇੱਥੋਂ 2 ਚੌਕੀ ਛੱਡ ਕੇ ਉੱਥੇ ਵੀ 2 ਦਿਨ ਪਹਿਲਾਂ ਸਾਡੇ ਹੋਇਆ ਸੀਗਾ, ਅਤੇ ਉਸ ਟਾਈਮ ਸਾਨੂੰ ਕੋਈ ਅਨਫੋਰਚੂਨੇਟਲੀ ਕੁਛ ਰਿਕਵਰੀ ਨਹੀਂ ਹੋ ਪਾਈ। ਬਟ ਇਸ ਵਾਰ ਸਾਡੀ ਜਿਹੜੀ ਹੈ ਕਾਰਵਾਈ ਇਮੀਡੀਏਟ ਹੋ ਗਈ, ਇਮੀਡੀਏਟ ਅਸੀਂ ਹਰਕਤ ਕਰ ਲਈ, ਤਾਂ ਏਰੀਆ ਨੂੰ ਅੰਡਰ ਵਾਚ ਰੱਖਿਆ, ਤਾਂ ਰਿਟਰੀਵ ਨਹੀਂ ਕਰ ਪਾਇਆ ਜਿਹੜਾ ਲਿਜਾਣ ਵਾਲਾ, ਉਹ ਅੱਜ ਸਵੇਰੇ ਦੇ ਟਾਈਮ 6, 6:30, ਪੌਣੇ 7 ਦੇ ਕਰੀਬ ਰਿਕਵਰੀ ਹੋਈ। ਸਰ ਹੁਣ ਤੱਕ ਕੋਈ ਮਾਰਕਿੰਗ ਸ਼ੋ ਹੋਈ ਹੈ ਵੀ ਕਿਸ ਮਾਰਕਿੰਗ ਦੀ ਕੀ ਚੀਜ਼ ਆਈ ਹੈ ਜਿਹੜੀ ਜੋ ਵੀ? ਨਹੀਂ ਜੀ, ਇਹ ਕਰੂਡ ਹੈ ਹੁੰਦੇ ਆ ਇਹ ਚੀਜ਼ਾਂ। ਔਰ ਪਿਸਟਲ ਕਿਉਂਕਿ ਉਹਦੇ ਨਾਲ ਲੱਗੀ ਹੋਈ ਪਿਸਟਲ, ਤਾਂ ਉਹਨੂੰ ਹਾਲੇ ਅਸੀਂ ਅਲੱਗ ਨਹੀਂ ਕੀਤਾ। ਉਹ ਜਦੋਂ ਜੇ ਅਲੱਗ ਹੋਏਗਾ ਜਾਂ ਉਹਨੂੰ ਇੰਸਟੀਟਿਊਟ ਡਿਸਟਰੋਏ ਕਰੂਗੇ, ਉਹ ਬੰਬ ਡਿਸਪੋਜ਼ਲ ਵਾਲਿਆਂ ਦਾ ਕੰਮ ਹੈਗਾ। ਅਤੇ ਜੇ ਉਹ ਰਿਟਰੀਵ ਹੁੰਦਾ ਆ ਤਾਂ ਉਹਦੇ ਤਾਂ ਸਾਨੂੰ ਮਾਰਕਿੰਗਸ ਪਤਾ ਲੱਗੂਗੇ। ਫਿਲਹਾਲ ਕੋਈ ਇੱਦਾਂ ਦੀ ਮਾਰਕਿੰਗ ਨਹੀਂ। ਸਰ ਇਹ ਲਗਾਤਾਰ ਐਕਟੀਵਿਟੀ ਕਿਉਂ ਚੱਲਦੀ ਹੈ? ਕਦੀ ਕਿਸੇ ਚੌਂਕੀ 'ਤੇ, ਕਿਸ ਚੌਂਕੀ 'ਤੇ, ਸਰਹੱਦੀ ਖੇਤਰ ਬਹੁਤ ਜ਼ਿਆਦਾ ਇਸ ਕੰਮ ਦੇ ਵਿੱਚ ਜਿਹੜਾ ਹੈ ਵਿੱਝ ਚੁੱਕਾ। ਦੇਖੋ ਜੀ, ਇਹ ਤਾਂ ਹੁਣ ਆਈ ਥਿੰਕ ਕਹਿੰਦੇ ਨਾ ਮਾਈ ਗੈਸ ਇਜ਼ ਐਜ਼ ਗੁੱਡ ਐਜ਼ ਯੋਰਸ, ਕਿ ਕਿਸ ਕਾਰਨ ਹੋ ਰਹੀ ਹੈ। ਆਫਕੋਰਸ ਸਾਡੇ ਸਾਹਮਣੇ ਇਲੈਕਸ਼ਨਸ ਵੀ ਆ ਰਹੇ, ਉਹਦੇ 'ਚ ਵਾਧਾ ਪਾਣੀ ਹੈ, ਕੋਈ ਨਾ ਕੋਈ ਡਿਸਟਰਬੈਂਸ ਕਰਨੀ ਹੈ। ਔਰ ਪਲੱਸ ਜਿਹੜੇ ਸਾਡੇ ਇੱਧਰ ਕੁਛ ਸਮਾਜ ਦੇ ਕਹਿੰਦੇ ਗੰਦੇ ਅਨਸਰ ਹੈਗੇ ਆ, ਉਹਨਾਂ ਦਾ ਕੰਮ ਇਹੀ ਹੈ ਡਿਸਟਰਬੈਂਸ ਕ੍ਰੀਏਟ ਕਰਨਾ। ਉਸ ਕਾਰਨ ਜਿਹੜਾ ਇਹਨੂੰ ਮੰਗਾਉਂਦੇ ਆ, ਫੜ ਹੋ ਜਾਂਦੇ ਆ। ਪਰ ਉਹ ਉਹਨਾਂ ਨੇ ਤਾਂ ਇਹੀ ਹੈ ਕਿ ਇੱਕ ਵਾਰੀ ਫੜੋਗੇ ਫਿਰ ਅਸੀਂ ਕਰੂੰਗੇ, ਅਤੇ ਅਸੀਂ ਵੀ ਆਪਣਾ ਪੂਰਾ ਅਲਰਟਨੈਸ ਨਾਲ ਉਹਦਾ ਜਵਾਬ ਦੇਈਦਾ। ਲੇਕਿਨ ਜੇ ਦੇਖਿਆ ਜਾਵੇ ਤਾਂ ਇਹਨਾਂ ਨੂੰ ਜੋ ਇੱਕ ਕ੍ਰਿਮੀਨਲ ਲੋਕ ਨੇ ਜਾਂ ਗੰਦੇ ਲੋਕ ਆਪਾਂ ਨੂੰ ਕਹਿ ਸਕਦੇ ਹਾਂ, ਆਪਣੀ BSF ਦੇ ਹੁੰਦਿਆਂ ਇਹਨਾਂ ਨੂੰ ਕੋਈ ਪਹੁੰਚ ਪਾ ਸਕੇ ਅੱਜ ਤੱਕ? ਕਿਉਂਕਿ 24 ਘੰਟੇ ਜਦੋਂ ਅਸੀਂ ਦੇਖਦੇ ਹਾਂ ਆਪਣੀ ਸੀਮਾ ਸੁਰੱਖਿਆ ਬਲ ਜਿਹੜੀ ਹੈ ਡਿਊਟੀ 'ਤੇ ਤੈਨਾਤ ਹੈ, ਉਹਨਾਂ ਨੇ ਕਿਸੇ ਨੂੰ ਵੀ ਇਸ ਹਰਕਤ ਤੱਕ ਪਹੁੰਚਣ ਨਹੀਂ ਦਿੱਤਾ ਗਿਆ, ਤਾਂ ਕਿ ਇਹਨਾਂ ਨੂੰ ਪਤਾ ਲੱਗ ਸਕੇ ਵੀ ਜੋ ਮਰਜ਼ੀ ਪਾਕਿਸਤਾਨ ਕਰ ਲਵੇ, ਲੇਕਿਨ ਆਪਣੀ ਜੋ ਸੀਮਾ ਸੁਰੱਖਿਆ ਬਲ ਫੋਰਸ ਹੈ ਇਹਨੂੰ ਕਾਮਯਾਬ ਨਹੀਂ ਹੋਣ ਦਿੱਤਾ ਜਾਏਗਾ। ਸਾਡੇ ਜਵਾਨ ਜਿਹੜੇ ਆ, ਤੁਸੀਂ ਦੇਖੇ ਵੀ ਹੋਣੇ, ਦਿਨ ਦੇ ਟਾਈਮ 'ਤੇ, ਰਾਤ ਦੇ ਟਾਈਮ 'ਤੇ 24 ਘੰਟੇ, 24 ਚੋਂ ਤਕਰੀਬਨ ਕਹਿ ਲਓ ਇੱਕ ਜਵਾਨ 14 ਤੋਂ 16 ਘੰਟੇ ਤੱਕ ਡਿਊਟੀ ਕਰਦਾ ਹੈ। 24 ਘੰਟੇ ਸੇ ਮੁਸਤੈਦ ਰਹਿੰਦੇ ਆ ਜਵਾਨ। ਤੁਹਾਨੂੰ ਪਤਾ ਸਾਡਾ ਪੜੋਸੀ ਮੁਲਕ ਇੱਦਾਂ ਦਾ ਹੈ, ਉਹ ਬਾਜ਼ ਆਉਂਦਾ ਨਹੀਂ ਚੀਜ਼ਾਂ ਤੋਂ, ਉਹਨਾਂ ਨੇ ਕੁਛ ਨਾ ਕੁਛ ਹਰਕਤ ਕਰਨੀ ਹੈ। ਅਤੇ ਸਾਡੇ ਵੱਲੋਂ ਜਿਹੜੀ ਆ 24 ਘੰਟੇ ਦੀ ਡਿਊਟੀ ਹੈ, 24 ਘੰਟੇ ਅਸੀਂ ਮੁਸਤੈਦ ਹੈਗੇ ਆ। ਉਹ ਆਪਣੀ ਹਰਕਤ ਕਰੀ ਜਾਊਗਾ, ਅਸੀਂ ਉਹਦਾ ਮੂੰਹ ਤੋੜ ਕੇ
ਜਵਾਬ ਦੇਣਾ ਹੀ ਦੇਣਾ ਹੈ। ਔਰ ਜਵਾਨ ਸਾਡੇ ਬਿਲਕੁਲ ਟ੍ਰੇਨਡ ਹੈਗੇ ਆ ਔਰ ਹਰ ਟਾਈਮ ਹਰ ਕਹਿੰਦੇ ਨੇ ਕੰਟੀਜੈਂਸੀ ਵਾਸਤੇ ਤਿਆਰ ਹੈਗੇ ਆ, ਉਹਦਾ ਜਵਾਬ ਦੇਣ ਨੂੰ ਤਿਆਰ ਹੈ। ਸਰ ਜੋ ਮਾੜੇ ਅਨਸਰ ਨੇ ਉਹਨਾਂ ਨੂੰ ਕੀ ਚੇਤਾਵਨੀ ਦੇਣਾ ਚਾਹੋਗੇ ਕਿ ਉਹ ਅੱਗੇ ਤੋਂ ਬਾਜ਼ ਆਉਣ ਜਾਂ ਕੀ ਕਰਨ ਉਹ? ਦੇਖੋ ਜੀ, ਇਹ ਤਾਂ ਹੁਣ ਜਿਹੜੇ ਮਾੜੇ ਅਨਸਰ ਹੈ ਉਹ ਵੀ ਤੁਹਾਡਾ ਜਿਹੜਾ ਇਹ ਜੋ ਵੀ ਟੈਲੀਕਾਸਟ ਹੋਏਗਾ ਇਹ ਦੇਖੂਗੇ ਅਤੇ ਉਹਨਾਂ ਨੂੰ ਵੀ ਪਤਾ ਹੈ ਕਿ ਜੇ ਉਹ ਹਰਕਤਾਂ ਕਰ ਰਹੇ ਤਾਂ ਅਸੀਂ ਉਹਦਾ ਮੂੰਹ ਤੋੜ ਜਵਾਬ ਵੀ ਦੇ ਰਹੇ ਹਾਂ ਅਤੇ ਉਹ ਵੀ ਕਰੀ ਜਾਣ, ਬਟ ਅਸੀਂ ਜਿਹੜੇ ਆ ਉਹਦਾ ਮੂੰਹ ਤੋੜ ਜਵਾਬ ਦੇਣਾ ਔਰ ਨਾਲ ਦੀ ਨਾਲ ਫੜੇ ਵੀ ਜਾ ਰਹੇ ਆ, ਜਿੱਥੇ ਜਿੱਥੇ ਸੀਜ਼ਰ ਹੋ ਰਹੇ ਆ, ਕਿਤੇ ਐਪਰੀਹੈਂਸ਼ਨਸ ਹੋ ਰਹੇ ਆ, ਅਸੀਂ ਉਹਨੂੰ ਕਾਨੂੰਨ ਦੇ ਮੁਤਾਬਕ ਉਹਦੇ ਕਾਰਵਾਈ ਕਰ ਰਹੇ ਹਾਂ। ਇਹ ਸਨ ਜੀ ਸਾਡੇ ਨਾਲ PS ਭੱਟੀ ਸਾਹਿਬ, ਜਿਨ੍ਹਾਂ ਨੇ ਸਾਨੂੰ ਇਸ ਸਾਰਾ ਘਟਨਾਕ੍ਰਮ ਬਾਰੇ ਜਿਹੜਾ ਦੱਸਿਆ ਗਿਆ ਵੀ ਕਿਵੇਂ ਇਹ ਆਏ ਨੇ ਡਰੋਨ ਰਾਹੀਂ ਅਤੇ ਕਿਵੇਂ ਕੀ ਇਹਨਾਂ ਤੋਂ ਬਰਾਮਦ ਕੀਤਾ ਗਿਆ। ਉਹਨਾਂ ਵੱਲੋਂ ਚੇਤਾਵਨੀ ਦਿੱਤੀ ਗਈ ਆ ਮਾੜੇ ਅਨਸਰਾਂ ਨੂੰ ਵੀ ਅੱਗੇ ਤੋਂ ਇਹੋ ਜਿਹੀ ਹਰਕਤ ਨਾ ਕਰਨ, ਨਹੀਂ ਤਾਂ ਹੋਰ ਸਖਤ ਕਦਮ ਜਿਹੜੇ ਆ ਉਠਾਏ ਜਾਣਗੇ। ਇਸੇ ਤਰ੍ਹਾਂ ਜੁੜੇ ਰਹੋ, ਅਸੀਂ ਨਵੀਂ ਤੋਂ ਨਵੀਂ ਅਪਡੇਟ ਦਿੰਦੇ ਰਹਾਂਗੇ। मैं गुरप्रीत संधू अजनाला तो। कितनी काफ़ी क्षमता के होंगे जो इतनी दूर तक जो है जो फेंक रहे हैं? ये बॉर्डर यहाँ से 2.7 किलोमीटर है, 2.5 किलोमीटर है, तो बहुत दूर नहीं है। पर ये ड्रोन जो जितने भी आ रहे हैं ये चाइनीज़ ड्रोन रहते हैं। 8 से 10 किलोमीटर तक ये तकरीबन मैक्सिमम 8 से 10 किलोमीटर तक इनका पता लगा है कि इतने तक अंदर आ सकते हैं। तो ये पर्टिकुलर जगह तो 2.5 किलोमीटर 2.7 किलोमीटर है, तो बहुत उनका मतलब वो नहीं है कि नहीं आ सकते। कितना अमाउंट लग रहा है टिफिन बम का, कितना होगा? अब ऐसा तो ये देख खोलने के बाद ही, और क्या होता है एक्चुअली RDX है या टिफ़न के अंदर कुछ और है, ये तो देखने से ही पता लगेगा जब खुल जाएगा। पर जैसे जो पुलिस के यहाँ पे अधिकारी मौजूद हैं, उन्होंने बताया है कि अटारी में अभी थोड़े दिन पहले ही जो रिकवरी हुई थी सेम काइंड का टिफ़न था, उसमें 2.7 kg RDX था, छर्रे थे, और बाकी टोटल उसका वेट 5 kg था। तो अभी जब ये खोला जाएगा बॉम्ब डिस्पोजल के द्वारा, क्योंकि ये ख़तरनाक सामान है, इसको टैंपरिंग नहीं करी जा सकती, तभी इसका एग्जैक्ट पता लगेगा क्या है। अगर बात करें तो यहाँ पे एक्चुअली इनपुट तो रोज़ ही इस तरह की रहती है कि पाकिस्तान द्वारा समर्थक स्मगलर्स ड्रोन और थ्रू बॉर्डर कोई ड्रग्स या हथियार या एक्सप्लोजिव इंडिया में भेजने की कोशिश कर सकते हैं। तो हमारे जवान हमेशा ही सतर्क रहते हैं, सजग रहते हैं। तो रात को 12:50 पर जब जवान ने ड्रोन की आवाज़ इंडियन टेरिटरी में सुनी पाकिस्तान से आती हुई, तो उसने तुरंत उसको फायर से एंगेज करा। फिर 1:32 पर दोबारा ड्रोन की आवाज़ सुनाई दी, तब इल्यूमिनेशन एक फायर होता है एरिया को प्रकाश से भरने के लिए, और 17 राउंड फायर करे ताकि कोई स्मगलर या अपराधी जो इंडियन साइड से आते हैं वो डर के मारे भाग जाएं कि उनकी करतूत का पता लग गया है। और तुरंत बटालियन हेडक्वार्टर से हमारे कमांडेंट भट्टी अपनी पूरी टीम के साथ पूरे एरिया में छानबीन शुरू कर दी। चारों तरफ जो भी चौक पॉइंट्स हैं वहाँ पर पहरा बढ़ा दिया, ताकि यदि कोई ड्रॉपिंग हुई है तो सामान नहीं ले जाया जा सके। और सुबह 7 सवा 7 बजे जब थोड़ा कोहरा कम हुआ, क्योंकि रात को बहुत कोहरा होता है, उसमें देखना बहुत मुश्किल होता है, और आप देख सकते हैं चारों तरफ ये धान के खेत हैं जिसमें बहुत मुश्किल है देखना। और जब सर्च करी गई तो उसमें ये 2 जो आप देख रहे हैं टिफ़िन टाइप ये वार लाइक स्टोर दिख रहा है, जिसमें पिस्टल तो क्लियर प्रतिबिंबित है, पर लग रहा है कि टिफ़िन बॉक्स है ये, और हो सकता है कि इसके अंदर एक्सप्लोजिव हो। पुलिस सूत्रों ने बताया है कि अटारी में इससे पहले एक रिकवरी हुई थी जिसके अंदर RDX था 2.7 kg, 5 kg उस पूरे डिब्बे का वेट था, और उसके अंदर छर्रे भरे हुए थे। तो हो सकता है ये पंजाब इलेक्शन या शांति फैलाने के लिए इस तरह की चीज़, अभी जब पूरा तो तभी पता पड़ेगा जब बम डिस्पोजल टीम आ जाएगी, पर पूरे चांस हैं कि लग रहा है देख करके कि इसी तरह की कोई चीज़ है। सर, जैसे देखा जाए कि BSF तो तैनात है, इलेक्शंस भी आ रहे हैं, तो क्या लगता है कि क्या माहौल ख़राब करने की जो हाँ, माहौल ख़राब करने की ऑब्वियस है ही। अभी 2 दिन पहले भी चन्ना में भी 2 ड्रोन दिखे थे, उनको भी तुरंत BSF के जवानों ने फायरिंग करी और तुरंत उनको खदेड़ा। तो जो भी ये हथियार आ रहा है, ड्रग्स आ रहा है, अभी 7-8 दिन पहले चंदू बटाला में बहुत बड़ा एनकाउंटर हुआ था, उसमें BSF के हवलदार को भी गोली लगी थी, ज्ञान सिंह को। उसने अपनी जान की बाजी लगा करके
58 केजी उसमें हीरोइन, 2 केजी अफीम, 4 पिस्टल और AK-47 का एमनेशन, ये सब रिकवरी हुई थी। तो आप देख ही सकते हैं लगातार इतनी इंसिडेंट हो रही है और पाकिस्तान को लगातार हम अप्रोच कर रहे हैं, उनको पत्र लिखे जा रहे हैं, प्रोटेस्ट नोट कि भाई आपकी तरफ से ये सब सामान आ रहा है, तो या तो आप इसमें इन्वॉल्व हैं या आप अपनी ड्यूटी को जिम्मेदारी से नहीं कर रहे हैं। दोनों दो कारणों के कारण ही स्मगलर्स की, पाकिस्तानी स्मगलरों की इतनी हिम्मत हो रही है। अदरवाइज सीमा सुरक्षा बल का जवान जो इतना अलर्ट है वो देख सकता है, तो पाकिस्तान में जो तैनात हैं उनके रेंजर्स के लोग, वो क्यों नहीं इन चीज़ों को रोक सकते? जी, ये बड़ा सवाल था क्योंकि देखा जाए तो हम तो अपनी जो है ड्यूटी का पूरी तनदेही से निभा रहे हैं, कुछ भी आता है तो हमें पता चलता है, लेकिन वो जैसे वो ड्रॉप करने आते हैं तो वो पाकिस्तान की चूक क्यों हो रही है? क्या आपको क्या लगता है कि क्या कारण रहे होंगे? क्या वो जानबूझ के पाकिस्तान ये कर रहा है? ये बेसिकली हम उनको यही लिख करके भी दे रहे हैं। हमने हमारे जो उनको लिख करके देते हैं या हमारी जो भी फ्लैग मीटिंग हो रही है उसमें हम यही कह रहे हैं कि भाई हमारा जवान जब उसको रोक पा रहा है और देख पा रहा है, तो आप लोग तो और ज़्यादा मात्रा में वहाँ तैनात हैं। 65 पोस्टें इनकी हमारे सामने हैं, हर 1-2 किलोमीटर में इनकी पोस्ट है और इनके भी लोग बाग वहाँ ड्यूटी कर रहे हैं, तो क्यों नहीं कर पा रहे वो? तो या तो वो सो जाते हैं ड्यूटी पे या फिर मिले हुए हैं, दोनों में से कोई एक कारण हो सकता है, पर दोनों ही कारण भारत के लिए तो बहुत खतरनाक है। सर ये अगर बात करें तो अभी जो बरामदगी है कुल क्या क्या हुआ है? एक तो IBN 7 खबरनामा, हर खबर सच के साथ।